सत श्रीकाल दोस्तों, मेरा नाम रविंदरजीत सिंह है। मैं सरकारी हाई स्कूल पिंडी वालक तो हाँ। अज असीं फोर लूप बारे गल करांगे। सब तो पहलों असीं ये डिस्कस करांगे कि सानूं लूप की जरूरत क्यों पैंदी है। मान लो असीं कोई प्रोग्रामिंग कर रहे हैं, कोई प्रोग्राम बना रहे हैं, उसदे विच कुछ अजिहियां लाइन्स हैं कोड विच जो असीं रिपीट करनियां हैं, 5 बार रिपीट करनियां हैं। असीं उन्हां लाइनां नूं 5 बार लिख लांगे। जो 10 बार रिपीट करनियां असीं 10 बार लिख लांगे। जो लाइना 50 बार 100 बार या 1000 बार रिपीट करनियां फिर की करांगे? नहीं, असीं फिर उन्होंने रिपीट करके नहीं लिख सकते दोबारा दोबारा। इस तरह साडा प्रोग्राम ते बेलोड़ा बोझ पएगा। उस केस विच आपां की करदे हां कि असीं लूप दी वरतों करदे हां। सी लैंगुएज मुख तौर ते सानूं 3 तरह दे लूप प्रोवाइड हुंदे हैं, डू, वाइल ते फॉर। उन्हां विच असीं अज फॉर लूप ते गल करांगे। सब तो पहले असीं फॉर लूप दे सिंटैक्स ते गल करांगे। उस तो बाद असीं एक प्रोग्राम के नाल इसनूं समझांगे। फोर लूप को समझण तो पहलों, सिंटैक्स देखण तो पहलों एक एग्जांपल नाल इसनूं समझण दी कोशिश करदे हां कि इस विच किस 3 चीज़ां दी सानूं मेन जरूरत हुंदी है। मान लो कि असीं स्कूल तो घर जाना है। स्कूल तो घर जाना है तो सब तो पहलों साडा स्टार्टिंग पॉइंट की होएगा स्कूल। ठीक है जी। अंत पॉइंट साडा की होएगा घर। ते जाना किदां असीं कदम कदम नाल। हुण साडे कोल 3 कंडीशनस आ गईयां। वो कि स्टार्टिंग पॉइंट साडा स्कूल, एंड पॉइंट साडा गवा घर ते कंडीशन कदम कदम चल के। फोर लूप विच भी सानू इसे तरह दी 3 कंडीशन मेंशन करनियां पैंदियां। आओ देखिए कि जा ਹੁਣ फोर लूप ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੱਸਾਂਗੇ ਕਿ ਸ਼ੁਰੂਆਤ ਕਿੱਥੋਂ ਹੋਏਗੀ ਸਾਡੀ, ਅੰਤ ਕੀ ਹੋਏਗਾ ਤੇ ਸਾਡੇ ਸਟੈਪਸ ਕੀ ਹੋਣਗੇ। ਜੋ ਪੈਰੇਂਥੇਸਿਸ ਦੇ ਵਿੱਚ ਵਾਲੀਆਂ ਸਟੇਟਮੈਂਟਸ ਹਨ ਉਹ ਐਗਜ਼ੀਕਿਊਟ ਹੋਣਗੀਆਂ ਜਿੰਨੀ ਵਾਰੀ ਸਾਡਾ ਲੂਪ ਚੱਲੇਗਾ। आओ ਅਸੀਂ ਇਸ ਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝ ਕੇ ਦੇਖਦੇ ਹਾਂ ਕਿ ਮੰਨ ਲਓ ਕਿ ਸਾਡੇ ਕੋਲ ਕੋਈ ਕੰਡੀਸ਼ਨ ਹੈ, ਅਸੀਂ ਕੋਈ ਸਟੇਟਮੈਂਟਸ ਨੂੰ 5 ਵਾਰ ਰਿਪੀਟ ਕਰਨਾ ਹੈ ਤੇ ਉਹ ਅਸੀਂ ਸਟੇਟਮੈਂਟਸ ਕਿੰਨੀ ਲਿਖਾਂਗੇ। एक वेरिएबल आई दी वैल्यू 1 इनिशियलाइज, ये साडा स्टार्ट पॉइंट होएगा। ਅਸੀਂ ਜਾਣਾ ਕਿੱਥੋਂ ਤੱਕ ਹੈ? ਜਦੋਂ ਤੱਕ i ਦੀ ਵੈਲਿਊ 5 ਜਾਂ 5 ਦੇ ਬਰਾਬਰ ਨਹੀਂ ਹੋ ਜਾਂਦੀ। ਉਸ ਤੋਂ ਬਾਅਦ i ਪਲੱਸ ਪਲੱਸ ਮਤਲਬ i ਦੀ ਵੈਲਿਊ ਇੱਕ ਇੱਕ ਵਧਾਣੀ ਹੈ। ਅਸੀਂ ਇਸ ਨੂੰ ਸਿੰਪਲੀ ਇੰਜ ਵੀ ਲਿਖ ਸਕਦੇ ਹਾਂ। ਠੀਕ ਹੈ। ਹੁਣ ਜੋ ਪੈਰੇਂਥੇਸਿਸ ਦੇ ਵਿੱਚ ਸਾਡੀਆਂ ਸਟੇਟਮੈਂਟਸ ਇਹ 5 ਵਾਰ ਰਿਪੀਟ ਹੋਣਗੀਆਂ। ਇਸ ਨੂੰ ਅਸੀਂ ਫਲੋ ਚਾਰਟ ਦੇ ਨਾਲ ਤੇ ਇਸ ਨਾਲ ਵੇਰੀਏਬਲ ਦੀ ਵੈਲਿਊ ਚੇਂਜ ਕਰਕੇ ਸਮਝਦੇ ਹਾਂ। ਫਲੋ ਚਾਰਟ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਾਡੇ ਕੋਲ ਹੁੰਦਾ ਸਟਾਰਟ ਤੋਂ ਬਾਅਦ ਅਸੀਂ ਵੈਲਿਊ ਇਨੀਸ਼ੀਅਲਾਈਜ਼ ਕਰਦੇ ਹਾਂ। ਜਿਵੇਂ ਕਿ ਅਸੀਂ i ਦੀ ਵੈਲਿਊ ਇਨੀਸ਼ੀਅਲਾਈਜ਼ ਕੀਤੀ, ਸਾਡਾ ਇਹ ਵਾਲਾ ਸਟੈਪ ਹੋ ਗਿਆ ਵੈਲਿਊ ਇਨੀਸ਼ੀਅਲਾਈਜ਼। ਉਸ ਤੋਂ ਬਾਅਦ ਸਾਡੇ ਕੋਲ ਆਉਂਦੀ ਹੈ ਕੰਡੀਸ਼ਨ। ਕੰਡੀਸ਼ਨ ਹੁਣ ਸਾਡੇ ਕੋਲ ਕੀ ਹੈ ਕਿ ਲੂਪ ਵਿੱਚ i ਦੀ ਵੈਲਿਊ ਜਦੋਂ ਤੱਕ 5 ਤੋਂ ਘੱਟ ਜਾਂ 5 ਦੇ ਬਰਾਬਰ ਹੋਵੇ ਉਦੋਂ ਤੱਕ ਚੱਲੇ। ਹੁਣ i ਦੀ ਵੈਲਿਊ ਲੈਸ ਦੈਨ ਇਕੁਅਲਸ ਟੂ 5, ਵੈਲਿਊ ਉਦੋਂ ਤੱਕ ਸਾਡਾ ਜੋ ਕੰਡੀਸ਼ਨ ਹੈ ਟਰੂ ਚੱਲੇ ਜਦੋਂ ਤੱਕ ਵੈਲਿਊ 5 ਤੋਂ ਘੱਟ ਜਾਂ 5 ਦੇ ਬਰਾਬਰ ਹੈ। ਹੁਣ ਇਸ ਕੇਸ 'ਚ ਇਹ ਦੋ ਤਰ੍ਹਾਂ ਦੀ ਆਉਟਪੁੱਟ ਦੇਗਾ, ਜੇ ਤੇ ਕੰਡੀਸ਼ਨ ਫਾਲਸ ਹੈ ਤੇ ਜਾਂ ਕੰਡੀਸ਼ਨ ਟਰੂ ਹੈ। ਜੇ ਕੰਡੀਸ਼ਨ ਟਰੂ ਹੈ ਇਸ ਕੇਸ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਸਟੇਟਮੈਂਟਸ ਨੂੰ ਐਗਜ਼ੀਕਿਊਟ ਕਰਦੇ ਹਾਂ। ਉਸ ਤੋਂ ਬਾਅਦ ਇਨੀਸ਼ੀਅਲਾਈਜੇਸ਼ਨ ਤੋਂ ਬਾਅਦ ਇਸ ਦੀ ਵੈਲਿਊ ਨੂੰ ਚੇਂਜ ਕਰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਕੰਡੀਸ਼ਨ ਚੈੱਕ ਕਰਨ ਲਈ ਜਾਂਦੇ ਹਾਂ। ਪਰ ਜੇ ਸਾਡੀ ਕੰਡੀਸ਼ਨ ਫਾਲਸ ਹੋ ਜਾਂਦੀ ਹੈ ਤਾਂ ਅਸੀਂ ਸਾਡਾ ਲੂਪ ਉੱਥੇ ਸਟਾਪ ਹੋ ਜਾਂਦਾ। ਸਾਡੀ ਜੋ ਕੰਮ ਅਸੀਂ ਲੂਪ ਨੂੰ ਦਿੱਤਾ ਹੁੰਦਾ ਉਹ ਕੰਪਲੀਟ ਹੋ ਜਾਂਦਾ। ਇਸ ਨੂੰ ਅਸੀਂ ਇਹਦੀ 5 ਵਾਲੀ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਦੇਖੋ ਇਹ ਸਾਡੀ i ਦੀ ਵੈਲਿਊ 1 ਸਟੇਟਮੈਂਟਸ। ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ i ਦੀ ਵੈਲਿਊ 1 ਹੋਈ, ਕੰਡੀਸ਼ਨ ਚੈੱਕ ਕੀਤੀ 1 is less than equal to 5। ਹਾਂਜੀ, ਇੱਕ ਦੀ ਵੈਲਿਊ 5 ਤੋਂ ਘੱਟ ਹੈ, ਸਟੇਟਮੈਂਟਸ ਐਗਜ਼ੀਕਿਊਟ ਹੋ ਗਈ। ਠੀਕ ਹੈ। ਉਸ ਤੋਂ ਬਾਅਦ i ਦੀ ਵੈਲਿਊ 1 ਵੱਧ ਗਈ, i ਦੀ ਵੈਲਿਊ 2 ਇੱਥੇ ਆਈ 2 is less than equal to 5, yes, statements execute ਹੋਈਆਂ, i ਦੀ ਵੈਲਿਊ 3 ਹੋ ਗਈ। ਉਸ ਤੋਂ ਬਾਅਦ 3 is less than equal to 5, yes, statement execute ਹੋਈਆਂ, ਵੈਲਿਊ 4 ਹੋ ਗਈ।
उस बाद 4 is less than equal to 5, yes स्टेटमेंट एग्जीक्यूट हो गया, वैल्यू 5 होगी। उस तो बाद 5 less than equal to 5, yes 5 less than तो नहीं है 5 तो, पर 5 equals to 5 स्टेटमेंट एग्जीक्यूट हो गया। उस तो बाद 5 की वैल्यू होगी 6, जो 6 वैल्यू हुई तो हम सब को कंडीशन की है 6 less than equal to 5, ਜਿਹੜੀ ਕਿ ਕੰਡੀਸ਼ਨ ਸਾਡੀ ਫਾਲਸ ਆ। ਜੋ ਫਾਲਸ ਆ ਸਾਡਾ ਲੂਪ ਸਟਾਪ ਹੋ ਜਾਏਗਾ, ਵੈਲਿਊ ਹੋਏਗੀ ਪਰ ਸਟੇਟਮੈਂਟ ਐਗਜ਼ੀਕਿਊਟ ਨਹੀਂ ਹੋਣਗੇ। ਇਹਦਾ ਮਤਲਬ 5 ਵਾਰ ਅਸੀਂ ਆਪਣੀਆਂ ਸਟੇਟਮੈਂਟ ਚਲਾਉਣੀਆਂ ਸੀ, ਉਹ 5 ਵਾਰ ਸਟੇਟਮੈਂਟਸ ਚੱਲ ਗਈਆਂ। ਆਓ ਇਸ ਨੂੰ ਕੋਡ ਨਾਲ ਸੀ ਲੈਂਗੁਏਜ ਵਿੱਚ ਚਲਾ ਕੇ ਦੇਖਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹੈਡਰ ਫਾਈਲ ਇਨਕਲੂਡ ਕਰਾਂਗੇ console input output.h, standard input output.h ਤੇ delay.h। ਉਸ ਤੋਂ ਬਾਅਦ ਸਾਡਾ ਮੇਨ ਫੰਕਸ਼ਨ void main। ਇਸ ਤੋਂ ਬਾਅਦ ਪੈਰੇਂਥੇਸਿਸ ਸ਼ੁਰੂ ਕਰਕੇ ਅਸੀਂ ਇੱਕ ਇੰਟੀਜਰ ਵੇਰੀਏਬਲ i ਡਿਕਲੇਅਰ ਕਰਾਂਗੇ ਕਲੀਅਰ ਸਕਰੀਨ ਫੰਕਸ਼ਨ ਸਕਰੀਨ ਨੂੰ ਕਲੀਅਰ ਕਰਨ ਦੇ ਲਈ। ਇਸ ਤੋਂ ਬਾਅਦ ਫੋਰ ਲੂਪ i ਦੀ ਵੈਲਿਊ 1 ਤੋਂ ਸ਼ੁਰੂ ਹੋ ਕੇ i ਲੈਸ ਦੈਨ ਇਕੁਅਲ ਟੂ 10 ਤੱਕ ਜਾਵੇ ਤੇ i ਇਕੁਅਲ ਟੂ i ਪਲੱਸ 1 ਮਤਲਬ ਇੱਕ ਇੱਕ ਕਰਕੇ ਅੱਗੇ ਵਧੇ। i ਦਾ ਬਲੌਕ printf ਫੰਕਸ਼ਨ ਸਕਰੀਨ ਪ੍ਰਿੰਟ ਕਰਾਉਣ ਲਈ, /n ਨੈਕਸਟ ਲਾਈਨ ਵਿੱਚ ਲੈ ਕੇ ਜਾਣ ਲਈ, %d ਦਾ ਮਤਲਬ ਕੋਈ ਇੰਟੀਜਰ ਪ੍ਰਿੰਟ ਹੋਏਗਾ ਤੇ ਉਹਦੀ ਵੈਲਿਊ ਕਿੱਥੋਂ ਲਈ ਜਾਏਗੀ i ਤੋਂ। ਡਿਲੇ ਫੰਕਸ਼ਨ ਥੋੜਾ ਜਿਹਾ ਆਉਟਪੁੱਟ ਨੂੰ ਦਿਖਾਉਣ ਲਈ ਲਗਾਇਆ ਗਿਆ ਹੈ। getch ਫੰਕਸ਼ਨ ਸਕਰੀਨ ਨੂੰ ਰੋਕਣ ਲਈ ਹੈ। ਆਓ ਇਸ ਦੀ ਆਉਟਪੁੱਟ ਦੇਖਦੇ ਹਾਂ। ਸੋ ਇਹ ਫੋਰ ਲੂਪ 1 ਤੋਂ ਸ਼ੁਰੂ ਹੋ ਕੇ 10 ਤੱਕ ਚੱਲਿਆ। ਸੋ ਦੋਸਤੋ ਹੁਣ ਅਸੀਂ ਇਸ ਦੀ ਆਉਟਪੁੱਟ ਵੀ ਦੇਖ ਲਈ ਹੈ, ਪ੍ਰੋਗਰਾਮ ਦਾ ਸਟਰਕਚਰ ਵੀ ਦੇਖ ਲਿਆ, ਕਿਵੇਂ ਬਣਦਾ ਹੈ। ਆਸ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਧੰਨਵਾਦ।